एक ओंकार सतनाम करता पुरख निरभव निर्वैर अकाल मूर्त अजूनी सर्वं गुर प्रसाद। वाहिगुरु 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 वाहिगुरु। वाहिगुरु जी का खालसा वाहिगुरु जी की फतेह। सिख मिशनरी कॉलेज लुधियाना ਅਤੇ ਗੁਰਮਤ ਐਜੂਕੇਸ਼ਨ ਮਿਸ਼ਨ ਦਿੱਲੀ ਵੱਲੋਂ ਸਾਂਝੇ ਤੌਰ ਦੇ ਉੱਪਰ ਅੱਜ ਦੀ ਗੁਰਮਤ ਕਲਾਸ ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਜੁੜੇ ਵੀਰਾਂ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਅੱਜ ਦੀ ਜੋ ਗੁਰਮਤ ਵਿਚਾਰ ਹੈ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਆਪ ਦੇ ਨਾਲ ਸਾਂਝੀ ਕਰਨ ਦੀ ਆਪ ਦੀ ਪਾਸੋਂ ਅਸੀਸ ਮੰਗਦਾ ਹਾਂ। ਆਓ ਅੱਜ ਦੀ ਵਿਚਾਰ ਨੂੰ ਆਰੰਭ ਕਰੀਏ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਦੇ ਦਿਨ 28 ਅਗਸਤ ਨੂੰ ਦੁਨੀਆ ਭਰ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਸ ਨੂੰ ਆਦਿ ਪੀੜ ਅਸੀਂ ਕਹਿੰਦੇ ਆ ਸ਼ੁਰੂਆਤ ਦੇ ਵਿੱਚ 1604 ਦੇ ਅੰਦਰ ਇਸ ਨੂੰ ਭਾਈ ਗੁਰਦਾਸ ਜੀ ਪਾਸੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਵਾਇਆ ਰਾਮਸਰ ਦੇ ਸਥਾਨ ਦੇ ਉੱਪਰ और फिर ਉਸ ਨੂੰ ਦਰਬਾਰ ਸਾਹਿਬ ਦੇ ਅੰਦਰ ਇਸ ਦਾ ਪ੍ਰਕਾਸ਼ ਕੀਤਾ और प्रकाश करके इसनू पोथी परमेश्वर का थान ਜਾਂ ਆਦਿ ਪੀੜ ਇਸਨੂੰ ਕਿਹਾ ਗਿਆ। ਇਸ ਆਦਿ ਪੀੜ ਦੇ ਜੋ ਪਹਿਲਾ ਪ੍ਰਕਾਸ਼ ਹੋਇਆ ਹੈ ਉਸ ਨੂੰ 28 ਅਗਸਤ ਨੂੰ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ। ਸਾਰੇ ਗੁਰਦੁਆਰਿਆਂ ਦੇ ਅੰਦਰ ਇਸ ਨੂੰ ਮਨਾਉਣ ਦਾ ਜਿਹੜਾ ਹੈ ਉਹ ਆਯੋਜਨ ਕੀਤਾ ਜਾ ਰਿਹਾ ਹੈ, ਪ੍ਰੋਗਰਾਮ ਬਣਾਏ ਜਾ ਰਹੇ ਹਨ। ਔਰ ਇਸ ਦੇ ਬਾਰੇ ਹੀ ਅੱਜ ਜੋ ਗੁਰੂ ਗ੍ਰੰਥ ਸਾਹਿਬ ਹਨ ਜਿਹਨੂੰ ਆਦਿ ਪੀੜ ਅਸੀਂ ਕਹਿ ਸਕਦੇ ਹਾਂ ਉਸ ਦੇ ਬਾਰੇ ਆਪਾਂ ਅੱਜ ਵਿਚਾਰ ਕਰੀਏ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਦੇ ਇਤਿਹਾਸ ਅਤੇ ਮੱਧਕਾਲੀਨ ਭਗਤੀ ਅੰਦੋਲਨ ਦੌਰਾਨ ਪੰਜਾਬ ਵਿੱਚ ਗੁਰਮਤਿ ਵਿਚਾਰਧਾਰਾ ਦਾ ਜਨਮ ਤੇ ਵਿਕਾਸ ਭਾਰਤੀ ਅਧਿਆਤਮਕ ਚਿੰਤਨ ਦੇ ਖੇਤਰਾਂ 'ਚ ਇੱਕ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ। ਪਰ ਇਹ ਵਿਚਾਰਧਾਰਾ ਦੀ ਵੀ ਸ਼ਾਇਦ ਇਤਨੀ ਤਾਕਤਵਰ ਨਾ ਹੋ ਸਕਦੀ ਜੇਕਰ ਇਸ ਦੇ ਪ੍ਰਮੁੱਖ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਨਾ ਕੀਤੀ ਹੁੰਦੀ। ਇਸ ਵਿਚਾਰਧਾਰਾ ਦੇ ਮਹਾਨ ਕ੍ਰਾਂਤੀਕਾਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਉੱਤਮ ਪ੍ਰਤਿਭਾ ਤੇ ਅਧਿਆਤਮਕ ਸ਼ਕਤੀ ਦੇ ਮਾਲਕ ਸਨ। ਉਹਨਾਂ ਨੇ ਆਪਣੇ ਪੂਰਵ ਅਤੇ ਸਮਕਾਲੀਨ ਸੰਤਾਂ ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਮਹਾਨ ਕਾਰਜ ਆਪਣੇ ਜੀਵਨ ਕਾਲ ਵਿੱਚ ਹੀ ਸ਼ੁਰੂ ਕੀਤਾ ਤੇ ਸੰਪੰਨ ਵੀ ਕੀਤਾ। ਪਰ ਪਹਿਲਾ ਸੰਪੂਰਨ ਸੰਪਾਦਨ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਵੱਲੋਂ 1604 ਈਸਵੀ ਚ ਮੁਕੰਮਲ ਹੋਇਆ। ਇਸ ਪਵਿੱਤਰ ਗ੍ਰੰਥ ਦਾ ਪ੍ਰਕਾਸ਼ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਹੋਇਆ। ਇਸ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ। ਇਸ ਉਪਰੰਤ ਸਨ 1706 ਈਸਵੀ ਚ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਵਿੱਚ ਆਪਣੇ ਪੂਜਨੀਕ ਪਿਤਾ ਨਾਮੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਸ਼ਾਮਲ ਕਰਨ ਉਪਰੰਤ ਇਸ ਨੂੰ ਵਰਤਮਾਨ ਸੰਪਾਦਨਾ ਦਾ ਰੂਪ ਪ੍ਰਦਾਨ ਕੀਤਾ। ਆਪਣੇ ਜੋਤੀਜੋਤ ਸਮਾਨ ਤੋਂ ਪਹਿਲਾਂ 1708 ਈਸਵੀ ਵਿੱਚ ਉਹਨਾਂ ਨੇ ਇਸ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਦਾਨ ਕੀਤਾ ਔਰ ਇਹ ਕਿਹਾ ਕਿ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਿੱਥੇ ਇਸ ਤੇ ਗੁਰੂ ਮਾਨਿਓ ਗ੍ਰੰਥ ਦੀ ਗੱਲ ਆਉਂਦੀ ਹੈ ਉੱਥੇ ਇਹ ਵੀ ਸਪਸ਼ਟ ਕਰਨਾ ਜ਼ਰੂਰੀ ਹੋਏਗਾ ਕਿ ਉਹਨਾਂ ਦੇ ਇਹ ਵੀ ਅੰਤਮ ਲਫ਼ਜ਼ ਸਨ ਜਿਨ੍ਹਾਂ ਨੂੰ ਤਰਜਮਾਨੀ ਜਿਹੜੀ ਹੈ ਉਹ ਅਲੱਗ-ਅਲੱਗ ਜਿਵੇਂ ਜਿਹੜੇ ਲਿਖਣ ਵਾਲੇ ਹਨ ਰਾਈਟਰਸ ਹਨ, ਪ੍ਰਹਲਾਦ ਸਿੰਘ ਜੀ ਹਨ ਜਾਂ ਭਾਈ ਨੰਦ ਲਾਲ ਸਿੰਘ ਜੀ ਹਨ। ਉਹਨਾਂ ਨੇ ਜੋ ਉੱਥੇ ਲਿਖਿਆ ਸੀਗਾ ਉਸ ਮੁਤਾਬਕ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਬਾਣੀ ਹੈ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। तो गुरु ग्रंथ ਨੂੰ जो गुरगद्दी ਦਿੱਤੀ ਗਈ ਹੈ ਉਹ ਪੰਥ ਦੀ ਤਾਬਿਆ ਦਿੱਤੀ ਗਈ ਹੈ।
ਤੋ ਆਤਮਾ ਗ੍ਰੰਥ ਤੇ ਸਰੀਰ ਪੰਥ ਦੀ ਜਿਹੜੀ ਵਿਚਾਰਧਾਰਾ ਹੈ ਉਹ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸੇ ਸਮੇਂ ਅੰਦਰ ਸਾਰਿਆਂ ਨੂੰ ਸਪਸ਼ਟ ਰੂਪ ਵਿੱਚ ਕਰਕੇ ਦੱਸ ਦਿੱਤੀ ਸੀ। ਤੋ ਇਹਨਾਂ ਹੀ ਭਾਈ ਪ੍ਰਹਲਾਦ ਸਿੰਘ ਜੀ ਨੇ, ਭਾਈ ਨੰਦ ਲਾਲ ਸਿੰਘ ਜੀ ਨੇ ਬੜੇ ਸਹੀ ਤਰੀਕੇ ਨਾਲ ਇਸ ਨੂੰ ਪ੍ਰਚਾਰਿਆ। ਲੇਕਿਨ ਬਾਅਦ ਵਿੱਚ ਭਾਈ ਜਿਹੜੇ ਜਿਨ੍ਹਾਂ ਨੇ ਗਿਆਨੀ ਗਿਆਨ ਸਿੰਘ ਜਿਹਨਾਂ ਨੇ ਲਿਖਿਆ, ਪੰਥ ਪ੍ਰਕਾਸ਼ ਲਿਖਿਆ, ਉਹਨਾਂ ਨੇ ਇਸ ਵਿੱਚ ਤਬਦੀਲੀ ਕਰ ਦਿੱਤੀ ਕਿਉਂਕਿ ਕਵਿਤਾ ਹੈ। तो कविता ਦੇ ਵਿੱਚ ਤਬਦੀਲੀ ਕਰਕੇ ਉਹਨਾਂ ਨੇ ਇਹ ਲਿਖ ਦਿੱਤਾ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਤੋ ਜਿੱਥੇ ਇਹ ਗੁਰਬਾਣੀ ਦਾ ਜਿਹੜਾ ਸਿਧਾਂਤ ਸੀ ਉਸ ਨੂੰ ਅਸੀਂ ਗੁਰੂ ਮੰਨਦੇ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਜੋ ਸਰੂਪ ਹੈ ਉਸ ਨੂੰ ਹੀ ਗੁਰੂ ਮੰਨਣ ਦਾ ਜਿਹੜਾ ਹੈ ਉਹ ਰਿਵਾਜ ਪੈ ਗਿਆ। ਔਰ ਉਸ ਜਿਹੜਾ ਰਿਵਾਜ ਦਾ ਜਿਹੜਾ ਨੈਟ ਰਿਜ਼ਲਟ ਇਹ ਹੋਇਆ ਕਿ ਅਸੀਂ ਜ਼ਿਆਦਾ ਆਪਣੇ ਜਿਹੜੇ ਰਿਸੋਰਸਿਸ ਹਨ ਜਾਂ ਜ਼ਿਆਦਾ ਜਿਹੜੀ ਸੋਚ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੀਰਕ ਜਾਮੇ ਨੂੰ ਜਿਹੜਾ ਹੈ ਉਹਨੂੰ ਪੂਜਣ ਵਾਸਤੇ ਔਰ ਉਸ ਨੂੰ ਸਜਾਉਣ ਔਰ ਸਵਾਰਨ ਦੇ ਵਿੱਚ ਅਸੀਂ ਲਗਾ ਦਿੱਤਾ। ਔਰ ਉਸ ਦੇ ਅੰਦਰ ਜੋ ਵਸਤੂ ਅਨੂਪ ਵਸਤੂ ਪਈ ਸੀ ਉਹ ਸੀ ਮੋਤੀ ਅਮੋਲਕ ਮਤਰ ਜਿਹੜੇ ਅਮੋਲਕ ਰਤਨ ਸਨ। ਉਹ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੇ ਸਿੱਖ ਸੁਣੀ, ਜੋ ਗੁਰਬਾਣੀ ਦੇ ਅੰਦਰ ਅਮੋਲਕ ਰਤਨ ਸਨ ਉਹਨਾਂ ਤੱਕ ਸਾਡੀ ਪਹੁੰਚ ਜਿਹੜੀ ਹੈ ਉਸ ਦੇ ਵਿੱਚ ਇਹ ਜੋ ਸਰੀਰਕ ਜਿਹੜੀ ਪੂਜਾ ਹੈ ਉਹ ਉਹਦੇ ਵਿੱਚ ਇੱਕ ਵਿਘਨ ਸਾਬਤ ਹੋਈ। ਤੋ ਇਸ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਅੱਜ ਕਿਉਂਕਿ ਉਸ ਦਾ ਪਹਿਲੇ ਪ੍ਰਕਾਸ਼ ਦਾ ਕੱਲ੍ਹ ਦਿਨ ਹੈ, ਤੋ ਉਸੇ ਉਪਲਕਸ਼ ਵਿੱਚ ਅਸੀਂ ਅੱਜ ਆਪ ਜੀ ਦੇ ਨਾਲ ਵਿਚਾਰ ਕਰ ਰਹੇ ਹਾਂ। ਤੋ ਇਹ ਸਾਨੂੰ ਸਮਝਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਭੀੜ ਨੂੰ ਲਿਖਣ ਦਾ, ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਦਮ ਕੀਤਾ ਕਿ ਜੋ ਸੱਚ, ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਜੋ ਗੱਲ ਆਪਣਾ ਮਿਸ਼ਨ ਕਿਹਾ, ਜਿਸ ਨੂੰ ਭਾਈ ਗੁਰਦਾਸ ਜੀ ਨੇ ਕਿਹਾ ਹੈ ਕਿ ਮੈਂ ਗੁਰਮੁਖ ਪਾਲਣ ਵਾਸਤੇ ਸੰਸਾਰ ਦੇ ਵਿੱਚ ਮੈਂ ਚੱਲਿਆ ਹਾਂ, ਉਦਾਸੀਆਂ ਧਾਰੀਆਂ ਹਨ ਤੇ ਗੁਰਮੁਖ ਨੂੰ ਲੱਭਣ ਵਾਸਤੇ ਵੀ ਮੈਂ ਇਹ ਸਾਰਾ ਉਦਮ ਕੀਤਾ ਹੈ, ਜਿਹੜਾ 35,000 ਕਿਲੋਮੀਟਰ ਦਾ ਸਫ਼ਰ ਕੀਤਾ ਹੈ 15-16 ਸਾਲਾਂ ਦੇ ਅੰਦਰ। ਤੋ ਜਦੋਂ ਉਹਨਾਂ ਨੂੰ ਗੁਰਮੁਖ ਮਿਲ ਗਿਆ ਤੇ ਉਸ ਗੁਰਮੁਖ ਦੇ ਰਾਹੀਂ ਇਹ ਜੋ ਵਿਚਾਰਧਾਰਾ ਜੋ ਉਹਨਾਂ ਦੀ ਆਪਣੀ ਬਾਣੀ ਵਿੱਚ ਔਰ ਬਾਅਦ ਵਿੱਚ ਬਾਕੀ ਗੁਰੂਆਂ ਨੇ ਉਹਨਾਂ ਅਸੂਲਾਂ ਦੇ ਉੱਪਰ ਆਪਣੇ ਵਿਚਾਰ ਪ੍ਰਗਟ ਕੀਤੇ, ਬਾਣੀ ਰਚੀ, ਉਸ ਦੇ ਨਾਲ ਜਿਹੜੇ ਉਸ ਵੇਲੇ ਦੇ ਜਿਹੜੇ ਮਹਾਨ ਅਧਿਆਤਮਕ ਕਦਰਾਂ ਕੀਮਤਾਂ ਤੇ ਮਾਨਵੀ ਏਕਤਾ ਦੇ ਪ੍ਰਤੀਕ ਇਸ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂ ਸਾਹਿਬਾਨ ਤੋਂ ਇਲਾਵਾ ਉਹਨਾਂ ਭਗਤਾਂ ਸੰਤਾਂ ਦਾ ਜਿਹੜੇ ਉਹਨਾਂ ਤੋਂ ਪਹਿਲਾਂ ਹੋਏ ਨੇ ਔਰ 11 ਭੱਟ ਜਿਹੜੇ ਹਨ ਜੋ ਗੁਰੂ ਸਾਹਿਬ ਦੇ ਚੌਥੇ ਪਾਤਸ਼ਾਹ ਦੇ ਸਮੇਂ ਜਿਹੜੇ ਹਨ ਉਹ ਸਾਹਮਣੇ ਆਏ ਹਨ, ਤੀਜੇ ਪਾਤਸ਼ਾਹ ਦੇ, ਉਹਨਾਂ ਨੇ ਜਿਹੜੀ ਇਤਿਹਾਸ ਸੁਣ ਕੇ ਬਾਣੀ ਨੂੰ ਵਾਚ ਕਰਕੇ ਉਹਨਾਂ ਨੇ ਆਪਣੇ ਭੱਟਾਂ ਦੇ ਜਿਹੜੇ ਸਵਈਏ ਲਿਖੇ ਹਨ, 121 ਸਵਈਏ ਲਿਖੇ ਹਨ। तो ਇਹ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ਼ਾਮਲ ਕੀਤੀ ਗਈ। तो ਗੁਰੂ ਸਾਹਿਬਾਨ ਤੋਂ ਇਲਾਵਾ ਬਾਣੀ ਦੇ ਸਾਰੇ ਰਚਨਹਾਰ ਸਾਰੇ ਵੰਸ਼ਾਂ, ਵੱਖ-ਵੱਖ ਜਾਤਾਂ ਅਤੇ ਭਾਰਤ ਦੇ ਵੱਖ-ਵੱਖ ਪ੍ਰਦੇਸ਼ਾਂ ਨਾਲ ਸੰਬੰਧ ਰੱਖਦੇ ਸਨ। ਇਸ ਗ੍ਰੰਥ ਵਿੱਚ ਸ਼ਾਮਲ ਬਾਣੀ ਦਾ ਪ੍ਰਮੁੱਖ ਵਿਸ਼ਾ ਇੱਕ ਈਸ਼ਵਰਵਾਦ, ਅਧਿਆਤਮਕ ਚਿੰਤਨ, ਸਾਧਨਾ ਅਤੇ ਵਿਸ਼ਵ ਮਾਨਵੀ ਏਕਤਾ ਹੈ। ਮਾਨਸ ਕੀ ਜਾਤ ਸਭ ਇੱਕ ਹੈ, ਪਹਿਚਾਨ ਬੋਧਾ ਇਹਦੇ ਅੰਦਰ ਸੰਦੇਸ਼ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝੇ ਦਾ ਉਪਦੇਸ਼ ਹੈ। वही गावे को सुने हरनामा चितलाए तो कबीर संसा नहीं अंत परम गत पाए। कि कोई भी किसी किते दा होवे, किसी धर्म दा होवे, किसी जात दा होवे, किसी वर्ण दा होवे, किसी गोत दा होवे, अमीर होवे, गरीब होवे, जड़ा है वो इस्त्री होवे, पुरख होवे, वो सारे ही इस विचारधारा नूं जड़ा है अपने मन दे विच अपना सकते हैं। और यही जड़ा इस बाणी दा जहाज बनाने दा इस गुरु ग्रंथ साहब ਨੂੰ ਇੱਕ ਰੂਪ ਦੇਣ ਦਾ, ਗ੍ਰੰਥ ਦਾ ਗੁਰੂ ਦੇ ਰੂਪ ਦੇ ਅੰਦਰ ਸਾਨੂੰ ਬਖਸ਼ਿਸ਼ ਕਰਨ ਦਾ ਇਹੀ ਸੀਗਾ ਕਿ ਇਹ ਵਿਚਾਰਧਾਰਾ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਦਿੱਤੀ, ਆਪਣੀ ਬਾਣੀ ਵਿੱਚ ਲਿਖੀ, ਉਸ ਨੂੰ ਇੱਕ ਗੁਰੂ ਗ੍ਰੰਥ ਸਾਹਿਬ ਦਾ ਰੂਪ ਜਿਹੜਾ ਹੈ ਉਹ ਪੰਜਵੇਂ ਪਾਤਸ਼ਾਹ ਜੀ ਨੇ ਦਿੱਤਾ। ਤਾਂ ਇਹਦਾ ਮਕਸਦ ਇਹੀ ਸੀਗਾ ਕਿ ਇਹ ਜਿਹੜੇ ਅਮੋਲਕ ਰਤਨ ਹਨ ਇਹ ਰਹਿੰਦੀ ਦੁਨੀਆ ਤੱਕ ਜਿਹੜੇ ਹਨ ਮਨੁੱਖਤਾ ਦੀ ਅਗਵਾਈ ਕਰਦੇ ਰਹੇ। ਸਾਰੇ ਧਰਮਾਂ ਅਤੇ ਪ੍ਰਦੇਸ਼ਾਂ ਦੇ ਸੰਤਾਂ, ਫਕੀਰਾਂ ਅਤੇ ਭਗਤਾਂ ਦੀ ਬਾਣੀ ਨੂੰ ਬਰਾਬਰ ਸਥਾਨ ਦੇ ਕੇ, ਇੱਥੇ ਇਹ ਗੱਲ ਬੜੀ ਵਿਚਾਰਨ ਵਾਲੀ ਹੈ ਕਿ ਜਿੱਥੇ ਭਗਤ ਜਿਹੜੇ ਹਨ ਉਹ ਨੀਵੀਆਂ ਜਾਤੀਆਂ ਦੇ ਸਨ,
ਇਹ ਉਹ ਭਗਤ ਉਹ ਸਨ ਜਿਨ੍ਹਾਂ ਕਹਿੰਦੇ ਸ਼ੂਦ ਸ਼ੂਦ ਕਰ ਮੁਝੇ ਬਤਾ ਰਹੇ ਹੋ ਵੀ ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਜਿਹੜਾ ਭੰਡਿਆ ਗਿਆ, ਭਜਾਇਆ ਗਿਆ। ਜਿਹੜੇ ਹਨ ਭਗਤ ਕਬੀਰ ਜੀ ਹੋਣ, ਭਾਵੇਂ ਰਵਿਦਾਸ ਜੀ ਹੋਣ, ਭਾਵੇਂ ਨਾਮਦੇਵ ਜੀ ਹੋਣ, ਭਾਵੇਂ ਸਦਨਾ ਜੀ ਹੋਣ, ਤੇ ਜਿਹੜੇ ਵੀ ਉਸ ਵੇਲੇ ਦੀਆਂ ਖੋਤੀ ਨੀਵੀਂ ਜਾਤਾਂ ਦੇ ਸਨ, ਉਹਨਾਂ ਨੂੰ ਉਸ ਵੇਲੇ ਦੇ ਜਿਹੜੇ ਸਵਰਨ ਜਾਤੀ ਦੇ ਬੰਦੇ ਸਨ ਉਹਨਾਂ ਨੂੰ ਨੇੜੇ ਨਹੀਂ ਸਨ ਭਟਕਣ ਦਿੰਦੇ। ਉਹਨਾਂ ਦੀ ਗੱਲ ਤੇ ਕਿਸੇ ਨੇ ਕੀ ਸੁਣਨੀ ਸੀ। ਤਾਂ ਉਹਨਾਂ ਸਾਰਿਆਂ ਨੂੰ ਆਪਣੀ ਬਾਣੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਸੇ ਰਾਗ ਦੇ ਅੰਦਰ ਆਪਣਾ ਉਹਨਾਂ ਨੂੰ ਸਥਾਨ ਦੇਣਾ, ਇਹ ਇੱਕ ਬੜਾ ਕ੍ਰਾਂਤੀਕਾਰੀ ਜਿਹੜਾ ਹੈ ਉਹ ਕੰਮ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਨੇ ਆਰੰਭ ਕੀਤਾ ਔਰ ਪੰਜਵੇਂ ਪਾਤਸ਼ਾਹ ਨੇ और फिर बाकी गुरु साहबान ने उससे उपर ही पहरा दिता। तो ये सारे एक बाणी नूं गुरु का दर्जा प्रदान करना विश्व भर की धर्म साधना लई एक महान आदर्श पेश करता है। इस ग्रंथ शामिल बाणी च पेश वख-वख भारतीय भाषावां उप भाषावां के प्रयोग कारण भाषा विज्ञानक दृष्टि तो भी इस नूं एक विलक्षण रचना किया जा सकता है। अध्यात्मक ज्ञान ਅਤੇ चिंतन के विशाल सागर चों मोती कढ़ के एक सूत्र च परोना निरसंदेह एक महान कारज है। तो इन्हां सारियां गल्लां तो इलावा इस ग्रंथ विच जो संपादना व्याकरण ਅਤੇ संगीत के नियमां अनुसार इस गुरबाणी नूं तरतीब देनी गुरु अर्जन देव जी की विलक्षण बौद्धिकता ਅਤੇ संपादन कला च निपुणता का लखायक है। तो आओ इस बारे थोड़ा जिहा होर असीं अज विचार करिए कि गुरु ग्रंथ साहब जी के संपादन का इतिहास, तकनीक ਅਤੇ भाषाई अध्ययन, इस बारे कुछ विचार करिए। गुरु नानक जी ने जिस बाणी की रचना की उसनूं गुरबाणी के नाम नाल जानिया गया, पर उन्हां दी नकल करके उन्हां दे जीवन काल दौरान ही कुछ संतां ते कवियां ने अपने नाम नाल जां कुछ ने तां गुरु नानक जी दे नाम नाल ही बाणी जिहड़ी है उहदी रचना कर दी। तो मकसद जिहड़ा है वो साफ सीगा कि ये जो पवित्र रचनावां गुरु नानक पातशाह जी ने इकट्ठियां कीतियां और गुरु अर्जन देव महाराज जी ने इस पावन जिहड़ा गुरबाणी दे जहाज नूं तैयार कीता है उस विच मिलावट की जाए, क्योंकि लोगों का रुझान इस गुरु नानक की बाणी आद ग्रंथ वाल जड़ा है झुकाव वधदा नजर आया। तो उन्होंने देखा कि साडा जड़ा हलवा मांडा है उहदे ते बड़ी वड्डी चोट होएगी, खास तौर पर ब्राह्मणी समाज ने इसनूं समझिया ते उस दे विच अपनी रचना मिला दी, उसनूं कच्ची बाणी का नाम दिता गुरु साहब। इसका प्रामाणिक सच यह है कि गुरु नानक देव जी के जीवन काल च ही उन्हां दे नाम नाल कच्ची बाणी की रचना शुरू हो गई सी। इस हालत बारे गुरु अमरदास महाराज जी ने लोकां नूं भली भांति जाणू करा दिता सी श्री आनंद साहब जी की पवित्र बाणी के अंदर। पर उस मगरों गुरु रामदास जी ने केवल गुरु साहबान की रचना प्रामाणिक मनते हुए बाकी सारी बाणी नूं कच्ची बाणी ऐलान दिता। गुरु रामदास जी ने तो इत्थों तक कह दिता कि सतगुर की रीसा है और कच पिच बोल दे से कुड़ियार कूड़े चढ़ पड़ी है। श्री गुरु ग्रंथ साहब के 304 विच यह अंकित है। और यह भी कहता सतगुर बिना होर कच्ची है बाणी, बाणी तो कच्ची सतगुर बाजो होर कच्ची बाणी, कहंदे कच्चे सुनदे कच्चे, कच्ची आख वख। इन्नी दृढ़ता दे नाल ये विचार जिहड़े हन गुरु साहब ने दिते कि जड़ा भी इस बाणी नूं बोलेगा, जड़ा इस बाणी नूं सुनेगा वो कच्चे मनुख कहे जाणगे। ते इस करके सतगुर जे जड़े बाणी उच्चारण की है और जिसनूं गुरु ग्रंथ साहब के अंदर असीं देखते हैं, दर्शन करते हैं। इस तो अलावा होर भी जे कुछ भगत हैं या कुछ जड़े दूसरे हैं उन्हां दी जिहड़ी बाणी रचना मिलती है, असीं उसनूं प्रामाणिक रचना नहीं मान सकते। प्रामाणिक रचना सच्ची बाणी वही है जो गुरु ग्रंथ साहब विच गुरु नानक देव जी की नज़र विच प्रवान चढ़ी और जड़ी गुरु अर्जन देव महाराज ने संपादन करन तो बाद गुरु ग्रंथ साहब विच सानू मिलती है। इस तरह गुरु साहब ने ऐलान कर दिता कि किसी अप्रमाणिक या झूठी रचना नूं गुरबाणी नहीं मन्निया जा सकता, क्योंकि इन्हां परिस्थितियां
ਗੁਰੂ ਰਾਮਦਾਸ ਜੀ ਦੇ ਸੁਪੁੱਤਰ ਪ੍ਰਿਥੀ ਚੰਦ ਨੇ ਗੁਰਗੱਦੀ ਪ੍ਰਾਪਤ ਕਰਨ ਦੇ ਲਾਲਚ ਹੇਠ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਦੂਜਿਆਂ ਦੀ ਨਕਲ ਨਾਲ ਆਪਣੀ ਬਾਣੀ ਦੀ ਰਚਨਾ ਵੀ ਸ਼ੁਰੂ ਕਰ ਦਿੱਤੀ, ਪਰ ਉਹਨਾਂ ਦੀ ਬਾਣੀ ਚੋਂ ਲਾਲਚ ਤੇ ਹੰਕਾਰ ਦੀ ਬੋ ਆਉਂਦੀ ਸੀ। ਇਸ ਲਈ ਉਹ ਬਾਣੀ ਬਾਕੀ ਗੁਰੂ ਸਾਹਿਬਾਨ ਦੀ ਬਾਣੀ ਤੋਂ ਬਹੁਤ ਹਲਕੀ ਅਤੇ ਹੇਠਲੇ ਪੱਧਰ ਦੀ ਸੀ। ਇਸ ਕਰਕੇ ਭਾਈ ਗੁਰਦਾਸ ਜੀ ਨੇ ਪ੍ਰਿਥੀ ਚੰਦ ਨੂੰ ਮੀਨੇ ਦੀ ਉਪਾਧੀ ਦਿੱਤੀ ਸੀ, ਪਰ ਪ੍ਰਿਥੀ ਚੰਦ ਦੇ ਸੁਪੁੱਤਰ, ਜਿਸ ਦਾ ਨਾਮ ਮਿਹਰਬਾਨ ਸੀ, ਨੇ ਤਾਂ ਸਾਰੀਆਂ ਹੱਦਾਂ ਤੋੜ ਕੇ ਨਾਨਕ ਪਦ ਦਾ ਦੁਰਉਪਯੋਗ ਸ਼ੁਰੂ ਕਰ ਦਿੱਤਾ। ਉਹਨਾਂ ਨੇ ਨਾਨਕ ਦੇ ਨਾਂ ਨਾਲ ਬਾਣੀ ਰਚ ਕੇ ਉਸ ਨੂੰ ਗੁਰੂ ਚੇਲਿਆਂ 'ਚ ਪ੍ਰਚਲਿਤ ਵੀ ਕਰਨਾ ਸ਼ੁਰੂ ਕਰ ਦਿੱਤਾ। ਇੱਕ ਤਾਂ ਉਹ ਗੁਰੂ ਵੰਸ਼ 'ਚ ਪੈਦਾ ਹੋਇਆ ਸੀ ਅਤੇ ਦੂਜਾ ਉਹ ਗੁਰੂ ਅਰਜਨ ਦੇਵ ਜੀ ਦੀ ਸੰਗਤ ਵਿੱਚ ਬਹੁਤਾ ਸਮਾਂ ਰਿਹਾ। ਇਸ ਕਰਕੇ ਉਹ ਗੁਰਬਾਣੀ ਦੀ ਸ਼ਬਦਾਵਲੀ ਤੋਂ ਚੰਗੀ ਤਰ੍ਹਾਂ ਜਾਣੂ ਸੀ। ਇਸ ਲਈ ਉਸਦੀ ਰਚਨਾ ਲੋਕਾਂ ਨੂੰ ਭਰਮ 'ਚ ਪਾਉਂਦੀ ਸੀ, ਪਰ ਉਹ ਗੁਰੂਆਂ ਦੀ ਬਾਣੀ ਦੀ ਪੱਧਰ ਦੀ ਬਿਲਕੁਲ ਨਹੀਂ ਸੀ। ਇਹੀ ਉਹ ਮੁੱਖ ਕਾਰਨ ਸਨ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜੋ ਗੁਰੂ ਨਾਨਕ ਪਾਤਸ਼ਾਹ ਦਾ ਪਲਾਨ ਸੀ, ਉਸ ਦੇ ਮੁਤਾਬਕ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹਨਾਂ ਕਾਰਨਾਂ ਕਰਕੇ ਔਰ ਉਸ ਪਲਾਨ ਦੇ ਮੁਤਾਬਕ ਹੀ ਇਹ ਆਦਿ ਗ੍ਰੰਥ ਦੀ ਜਿਹੜੀ ਹੈ ਉਹ ਸੰਪਾਦਨਾ ਕੀਤੀ। ਕੱਚੀ ਬਾਣੀ ਨੂੰ ਸੱਚੀ ਬਾਣੀ ਤੋਂ ਨਖੇੜਨਾ ਅਤੇ ਕੁਝ ਹੋਰ ਸੰਤਾਂ ਭਗਤਾਂ ਅਤੇ ਸੂਫੀ ਫਕੀਰਾਂ ਦੀ ਵੀ ਬਾਣੀ ਨੂੰ ਇਕੱਤਰ ਕਰਨ ਦੀ ਇਹ ਇੱਕ ਸਫਲ ਕੋਸ਼ਿਸ਼। ਕੇਸਰ ਸਿੰਘ ਛਿੱਬਰ ਦੁਆਰਾ ਰਚਿਤ ਪੁਸਤਕ ਬੰਸਾਵਲੀ ਨਾਮਾ ਪਾਤਸ਼ਾਹੀ ਦਸਾਂ ਕਾ ਪੰਨਾ 50-51 ਅਨੁਸਾਰ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਮੁੱਖ ਕਾਰਨ ਮਿਹਰਬਾਨ ਵੱਲੋਂ ਬਾਣੀ ਰਚਨਾ ਅਤੇ ਗੁਰਗੱਦੀ ਹਾਸਲ ਕਰਨ ਲਈ ਗੁਰੂ ਅਰਜਨ ਦੇਵ ਜੀ ਦੇ ਨਾਲ ਵੈਰ ਵਿਰੋਧ ਰੱਖਣਾ ਇਸ ਤੱਥ ਦਾ ਪ੍ਰਤੱਖ ਪ੍ਰਮਾਣ ਹੈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਨਾਲ ਗੁਰੂ ਅਰਜਨ ਦੇਵ ਜੀ ਨੇ ਭਾਰਤੀ ਧਰਮ ਸਾਹਿਤ ਨੂੰ ਇਕੱਤਰ ਕਰਕੇ ਭਾਰਤ 'ਚ ਸੰਪਾਦਨ ਕਲਾ ਦੇ ਖੇਤਰ 'ਚ ਵਿਕਾਸ ਦਾ ਇੱਕ ਅਹਿਮ ਕੰਮ ਕੀਤਾ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਅਦੁੱਤੀ ਧਾਰਮਿਕ ਸੰਸਥਾ ਦੀ ਨੀਂਹ ਰੱਖੀ। ਅਜਿਹਾ ਕਰਕੇ ਉਹਨਾਂ ਨੇ ਸਿੱਖ ਧਰਮ ਨੂੰ ਅਦਭੁਤ ਗੌਰਵ ਅਤੇ ਮਾਣ ਦਾ ਅਹਿਸਾਸ ਕਰਵਾਇਆ, ਕਿਉਂਕਿ ਇਹ ਇੱਕ ਪ੍ਰਾਮਾਣਿਕ ਸੱਚ ਹੈ ਕਿ ਜਿਸ ਧਰਮ ਕੋਲ ਆਪਣੀ ਭਾਸ਼ਾ ਅਤੇ ਆਪਣਾ ਗ੍ਰੰਥ ਹੋਵੇ, ਉਹ ਧਰਮ ਕਦੇ ਸਮਾਪਤ ਨਹੀਂ ਹੋ ਸਕਦਾ। ਤੋ ਜਦ ਤੱਕ ਸਿੱਖਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਉਦੋਂ ਤੱਕ ਸਿੱਖਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ। ਭਾਵੇਂ ਮੁਗਲਾਂ ਨੂੰ ਇਹ ਬੜਾ ਭੁਲੇਖਾ ਸੀ, ਭਾਵੇਂ ਅੰਗਰੇਜ਼ਾਂ ਨੂੰ ਬੜਾ ਭੁਲੇਖਾ ਸੀ, ਔਰ ਦੂਸਰੇ ਵੀ ਜਿਹੜੇ ਧਰਮ ਵਾਲੇ ਹਨ ਸਨਾਤਨੀ, ਉਹਨਾਂ ਨੂੰ ਵੀ ਭੁਲੇਖਾ ਹੈ, ਲੇਕਿਨ ਜਦ ਤੱਕ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਿਆ ਰਹੇਗਾ, ਉਹ ਤੱਕ ਇਹਨੂੰ ਕੋਈ ਜਿਹੜਾ ਹੈ ਉਹ ਖਤਮ ਨਹੀਂ ਕਰ ਸਕਦਾ। ਇਹ ਜੋ ਪਹਿਲੀ ਆਦ ਬੀੜ ਹੈ, ਜਿਸ ਨੂੰ ਅਸੀਂ ਪੋਥੀ ਪਰਮੇਸ਼ਰ ਕਾ ਥਾਨ ਕਹਿੰਦੇ ਹਾਂ, ਇਸ ਵਿੱਚ 974 ਸਫ਼ੇ ਹਨ। ਇਸ ਦੀ ਸੰਪਾਦਨਾ 1604 ਈਸਵੀ ਵਿੱਚ ਹੋ ਗਈ ਸੀ। ਇਸ ਗ੍ਰੰਥ ਦਾ ਪਹਿਲਾ ਵਾਰੀ ਦਰਬਾਰ ਸਾਹਿਬ 'ਚ ਪ੍ਰਕਾਸ਼ ਹੋਇਆ, ਜਿਸ ਦਾ ਪਹਿਲਾ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ। ਪਰ ਇਸ ਗ੍ਰੰਥ ਨੂੰ ਗੁਰੂ ਦੀ ਪਦਵੀ ਗੁਰੂ ਗੋਬਿੰਦ ਸਿੰਘ ਜੀ ਨੇ 1708 ਈਸਵੀ ਵਿੱਚ ਦਿੱਤੀ। ਉਹਨਾਂ ਨੇ ਇਸ ਗ੍ਰੰਥ ਨੂੰ ਭਾਈ ਮਨੀ ਸਿੰਘ ਜੀ ਤੋਂ ਦੁਬਾਰਾ ਲਿਖਵਾਇਆ ਅਤੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਚਨਾ ਰਾਗ ਜੈਜੈਵੰਤੀ ਜਿਹੜੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ 31ਵਾਂ ਰਾਗ ਹੈ, ਤੇ ਰਚੀ ਬਾਣੀ ਵੀ ਇਸ ਵਿੱਚ ਸ਼ਾਮਲ ਕਰ ਦਿੱਤੀ। ਔਰ ਇਸ ਦੇ ਨਾਲ ਹੋਰ ਜੋ ਗੁਰੂ ਮਹਾਰਾਜ ਦੇ ਸ਼ਬਦ ਸਨ, ਉਹ ਇਹਦੇ ਅੰਦਰ ਸ਼ਾਮਲ ਜਿਹੜੇ ਕੀਤੇ। ਤੋ ਜਿਹੜਾ ਮੌਜੂਦਾ ਗ੍ਰੰਥ ਹੈ, ਜਿਸ ਨੂੰ ਅਸੀਂ ਕਿ ਦਮਦਮੀ ਬੀੜ ਕਹਿੰਦੇ ਹਾਂ, ਜਿਹੜਾ ਸਾਬੋ ਕੀ ਤਲਵੰਡੀ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ, ਉਸ ਦੇ ਟੋਟਲ ਜਿਹੜੇ ਹਨ ਉਹ 1430 ਸਫ਼ੇ ਅਸੀਂ ਦੇਖ ਸਕਦੇ ਹਾਂ। 6ਵੇਂ 7ਵੇਂ ਅਤੇ 8ਵੇਂ ਗੁਰੂ ਸਾਹਿਬਾਨ ਨੇ ਆਪਣੀ ਕਿਸੇ ਬਾਣੀ ਦੀ ਰਚਨਾ ਨਹੀਂ ਕੀਤੀ। ਔਰ ਇਹ ਜੋ 1430 ਅੰਕ ਹਨ, ਜਿਹੜੇ ਸਫ਼ੇ ਹਨ, ਇਹਨਾਂ ਵਿੱਚ ਬਾਣੀ ਕੇਵਲ 1429 ਅੰਕ ਤੱਕ ਹੈ। ਜਿਹੜਾ ਅਗਲਾ ਪੋਰਸ਼ਨ ਹੈ 1430 ਵਾਲਾ, ਉਹ ਕੇਵਲ ਰਾਗ ਮਾਲਾ ਹੈ। ਔਰ ਉਸ ਰਾਗ ਮਾਲਾ ਦੀ ਵੀ ਜਿਹੜੀ ਵਿਚਾਰ ਹੈ, ਉਹ ਜਿਹੜੀ ਹੈ ਸਾਡੇ ਸਾਹਮਣੇ ਹੈ ਕਿ ਉਹਦੇ ਵਿੱਚ ਜਿਹੜੇ ਕਿੱਸੇ ਹਨ,
उस किस्सियां दे मुताबिक जिहड़ा उस नचन वाली ने जिहड़े अलग-अलग राग गाए जिहड़े गाए सन उन्हां दा ही जिक्र है। जिहड़े गुरु ग्रंथ साहिब दे विच राग हन ਉਹ ਜਿਹੜੇ ਰਾਗਮਾਲਾ ਦੇ ਅੰਦਰ ਰਾਗ ਹਨ ਉਹਨਾਂ ਦਾ ਆਪਸ ਵਿੱਚ ਮੇਲ ਨਹੀਂ ਹੈ। ਇੱਕ ਗੱਲ ਵੀ ਇੱਥੇ ਕਰਕੇ ਆਪ ਜੀ ਨਾਲ ਅੱਗੇ ਤੁਰਦੇ ਹਾਂ ਕਿ ਗੁਰਬਾਣੀ 'ਚ ਸਾਡਾ ਜਿਹੜਾ ਸ਼ੁਰੂਆਤੀ ਰਾਗ ਹੈ ਉਹ ਹੈ ਸ੍ਰੀ ਰਾਗ, ਲੇਕਿਨ ਉਹ ਜੋ ਜਿਹੜੀ ਆਪਣੀ ਰਾਗਮਾਲਾ ਹੈ ਉਹਦੇ 'ਚ ਲਿਖਿਆ ਹੈ ਕਿ ਪ੍ਰਥਮ ਰਾਗ ਭੈਰੋ ਵੇ ਕਰੇ। तो ਭੈਰੋ ਰਾਗ ਉਹਦੇ ਮੁਤਾਬਕ ਪਹਿਲਾ ਰਾਗ ਹੈ ਜਿਹੜਾ ਉਸ ਕਾਮ ਕੰਦਲਾ ਨੇ ਗਾਇਆ, ਲੇਕਿਨ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਰਾਗ ਹੈ ਉਹ ਸ੍ਰੀ ਰਾਗ ਹੈ, ਜਦੋਂ ਰਾਗ ਦੀ ਪਰੰਪਰਾ ਜਿਹੜੀ ਹੈ ਉਹ ਆਰੰਭ ਹੁੰਦੀ ਹੈ। तो 6ਵੇਂ ਗੁਰੂ ਗੋਬਿੰਦ ਸਿੰਘ ਜੀ ਜਦੋਂ ਕਰਤਾਰਪੁਰ ਜ਼ਿਲ੍ਹਾ ਜਲੰਧਰ ਛੱਡ ਕੇ ਕੀਰਤਪੁਰ ਰੋਪੜ ਗਏ ਤਾਂ ਆਦਿ ਗ੍ਰੰਥ ਨੂੰ ਉਹਨਾਂ ਦੇ ਪੋਤਰੇ ਧੀਰਮਲ ਨੇ ਰੱਖ ਲਿਆ, ਹਥਿਆ ਲਿਆ। ਉਸਨੇ ਗੁਰਗੱਦੀ ਪ੍ਰਾਪਤ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ, ਪਰ ਅਯੋਗਤਾ ਕਾਰਨ ਗੱਦੀ ਪ੍ਰਾਪਤ ਕਰਨ 'ਚ ਨਾਕਾਮ ਰਿਹਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਦੀ ਬਾਣੀ ਉਸ ਗ੍ਰੰਥ ਵਿੱਚ ਸ਼ਾਮਲ ਕਰਨ ਲਈ ਆਦਿ ਗ੍ਰੰਥ ਦਮਦਮਾ ਸਾਹਿਬ 'ਚ ਲਿਆਉਣ ਦੇ ਮਕਸਦ ਨਾਲ ਜੁਲਾਈ 1705 ਈਸਵੀ 'ਚ 25 ਸੇਵਾਦਾਰਾਂ ਦਾ ਇੱਕ ਜਥਾ ਧੀਰਮਲ ਕੋਲ ਭੇਜਿਆ, ਪਰ ਧੀਰਮਲ ਨੇ ਉਹਨਾਂ ਨੂੰ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਤੁਹਾਡੇ ਗੁਰੂ ਨੂੰ ਤਾਂ ਸਾਰੀ ਬਾਣੀ ਜ਼ੁਬਾਨੀ ਯਾਦ ਹੈ, ਉਹਨਾਂ ਨੂੰ ਕਹੋ ਕਿ ਆਪਣਾ ਸਾਰਾ ਗ੍ਰੰਥ ਦੁਬਾਰਾ ਲਿਖ ਲੈ। ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਜੋ ਕਿ ਗੁਰੂ ਜੀ ਦੇ ਸ਼ਰਧਾਲੂ ਸਿੱਖ ਸਨ ਨੂੰ ਆਪਣੇ ਕੋਲ ਬਿਠਾਇਆ ਅਤੇ ਕਿਹਾ ਕਿ ਮੈਂ ਜੋ ਲਿਖਾ ਰਿਹਾ ਹਾਂ ਉਹ ਤੁਸੀਂ ਲਿਖਦੇ ਰਹਿਣਾ। ਇੱਥੇ ਇਹ ਗੱਲ ਵੀ ਜਿਹੜੀ ਹੈ ਉਹ ਸਾਨੂੰ ਵਿਚਾਰਨ ਯੋਗ ਹੈ ਕਿ ਇਹ ਵੀ ਵਿਚਾਰ ਜਿਹੜਾ ਹੈ ਉਹ ਚੱਲਦਾ ਹੈ। ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੀ ਬਾਣੀ ਜਿਹੜੀ ਹੈ ਉਹ ਜ਼ਬਾਨੀ ਜਿਹੜੀ ਹੈ ਲਿਖਾਈ, ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜ਼ਬਾਨੀ ਲਿਖਾਉਣ ਦੀ ਲੋੜ ਨਹੀਂ ਸੀ, ਕਿਉਂਕਿ ਉਸ ਵੇਲੇ ਤੱਕ ਜਿਹੜੇ ਉਸਦੇ ਉੱਤੇ ਹਨ ਜਿਹੜੇ ਟ੍ਰਾਂਸਲੇਸ਼ਨ ਹੈ ਜਿਹੜੀ ਉਹ ਜਿਹੜੀ ਦੂਜੀ ਭਾਸ਼ਾਵਾਂ ਵਿੱਚ ਸਨ ਔਰ ਪੰਜਾਬੀ ਦੇ ਵਿੱਚ ਵੀ ਉਹ ਸਾਡੇ ਕੋਲ ਉਸ ਵਕਤ ਅਵੇਲੇਬਲ ਸਨ। तो गुरु महाराज जी ने वो बाणियां जड़ियां उस वक्त आद बीड़ दी जड़ी है उल्थे सन उन्होंने मंगा करके और इस बाणी नूं एक ओंकार तो लैके अखीर तक लिखवा दिता। ते इस तरह ये 1429 सफ़ियां वाली नवीं पोथी तैयार हुई ते बाद विच इहदे अंदर जड़ी है रागमाला जड़ी ऐड कर दी गई। नंदेड़ च गुरुद्वारा दमदमा साहब च इसका जड़ा है वो उत्थे प्रकाश होया ते ਇਹ ਕਾਰਜ ਅਗਸਤ 1706 ਈਸਵੀ ਚ ਮੁਕੰਮਲ ਹੋਇਆ। तो ਇਹ ਦਮਦਮਾ ਸਾਹਿਬ ਵਿੱਚ ਜਿਸ ਵੇਲੇ ਇਸ ਦਾ ਪ੍ਰਕਾਸ਼ ਹੋਇਆ ਜਿਹੜਾ ਬਠਿੰਡੇ ਵਿੱਚ ਹੈ, ਜਿਸ ਨੂੰ ਅਸੀਂ ਗੁਰੂ ਕੀ ਕਾਸ਼ੀ ਵੀ ਕਹਿੰਦੇ ਆ ਔਰ ਪੰਜਵਾਂ ਤਖਤ ਵੀ ਹੈ, ਇੱਥੇ ਇਹਨਾਂ ਨੇ ਇਸ ਬੀੜ ਦਾ ਪਹਿਲਾ ਪ੍ਰਕਾਸ਼ ਕੀਤਾ। ਨਾਂਦੇੜ ਚ ਜਿਹੜੀ ਜਾ ਕਰਕੇ ਇਹਨਾਂ ਨੂੰ ਗੁਰਗੱਦੀ ਪ੍ਰਾਪਤ ਹੁੰਦੀ ਹੈ ਉਸ ਦਾ ਵਿਸਤਾਰ ਅੱਗੇ ਜਾ ਕੇ ਅਸੀਂ ਕਰਾਂਗੇ। ਇਹ ਕਾਰਜ ਅਗਸਤ 1706 ਈਸਵੀ ਨੂੰ ਮੁਕੰਮਲ ਹੋਇਆ। ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਲਿਖੇ ਅਨੁਸਾਰ ਦਮਦਮਾ ਸਾਹਿਬ ਵਾਲਾ ਗ੍ਰੰਥ ਬੁੱਢਾ ਦਲ ਕੋਲ ਰਹਿ ਗਿਆ ਸੀ, ਜਿਸ ਨੂੰ ਵੱਡੇ ਘੱਲੂਘਾਰੇ ਸਮੇਂ ਜਿਹੜੇ ਹਨ ਉਹ ਮੁਗਲ ਦੁਰਾਨੀ ਲੈ ਗਏ ਸਨ। ਹੁਣ ਇਹ ਕਿਹਾ ਜਾਂਦਾ ਹੈ ਕਿ ਉਹ ਕਾਬਲ ਵਾਲੀ ਵੱਡੀ ਧਰਮਸ਼ਾਲਾ 'ਚ ਸੁਰੱਖਿਅਤ ਹੈ, ਪਰ ਕੁਝ ਹੋਰ ਜਾਣਕਾਰਾਂ ਅਨੁਸਾਰ ਇਹ ਗ੍ਰੰਥ ਪਟਿਆਲਾ ਵਿਖੇ ਬਾਬਾ ਆਲਾ ਸਿੰਘ ਜੀ ਦੇ ਬੁਰਜ ਵਿੱਚ ਰੱਖਿਆ ਹੋਇਆ। ਲੇਕਿਨ ਇਹਨਾਂ ਦੋਨਾਂ ਦੀ ਜਿਹੜੀ ਹੈ ਉਹ ਕਨਫਰਮੇਸ਼ਨ ਨਹੀਂ ਹੋਈ कि जो ये दोनों बयान जड़े हैं वो ऊपर जड़े लिखे गए। इस तरह 1708 ईस्वी गुरु गोबिंद सिंह जी ने ज्योति जो समान तो पहला देहधारी गुरु की प्रथा खत्म करके इसनू गुरु की उपाधि नाल निवाजा और ये डिक्लेयर किया कि अज तो बाद कोई भी शख्सी गुरु नहीं होएगा। आत्मा ग्रंथ शरीर पंथ जी की अगे पहला गल की है उसनू ही ऐलानिया और ये अपने आप च एक बड़ा अद्भुत कारज सीगा। ये दुनिया च किसी भी ग्रंथ नूं अज तक भी जिहड़ा है गुरु का दर्जा नहीं दिता गया। फिर केवल और केवल बाणी नूं ही गुरु क्या, जो गुरु नानक देव जी ने कहा सीगा सिद्धा नूं कि शब्द गुरु सुरत उनचेला, तो ये शब्द गुरु नूं गुरु ग्रंथ साहिब दे विच स्थापित करके इसनूं ही गुरु की उपाधि जिहड़ी दित्ती गई। और जिहड़ी आत्मा ग्रंथ शरीर पंथ वाला ਜਿਹੜਾ ਜੋੜ ਸੀ ਉਹ ਵੀ ਗੁਰੂ ਮਹਾਰਾਜ ਨੇ ਆਪਣੇ ਸਮੇਂ ਦੇ ਅੰਦਰ ਹੀ ਕਰ ਦਿੱਤਾ ਕਿ ਮੇਰੇ ਜਿਹੜੇ ਸਰੀਰ ਦੇ ਜਿਹੜੇ ਫੰਕਸ਼ਨ ਹਨ ਉਹ ਜਿਹੜੇ ਫੰਕਸ਼ਨ ਹਨ ਉਹ ਪੰਥ ਕਰੇਗਾ। ਔਰ ਇਹਦੀਆਂ ਮਿਸਾਲਾਂ ਸਾਨੂੰ ਚਮਕੌਰ ਦੀ ਗੜੀ ਵਿੱਚੋਂ, ਅਨੰਦਪੁਰ ਸਾਹਿਬ ਦੇ ਵਿੱਚੋਂ ਔਰ ਦਾਦੂ ਦੀ ਕਬਰ ਵਿੱਚੋਂ ਇਸ ਸਮੇਂ ਜਿਸ ਵੇਲੇ ਗੁਰੂ ਸਾਹਿਬ ਜੀ ਨੂੰ ਪੰਜ ਪਿਆਰਿਆਂ ਨੇ ਜਿਹੜੇ ਆਪਣਾ ਹੁਕਮ ਸੁਣਾਇਆ ਸੀ,
इतों सानू पता लगता है कि गुरु गोबिंद सिंह जी की जिहड़ी प्लैनिंग सीगी वो बाणी नूं ही गुरु के रूप के अंदर अगे स्थापित करन दी सी ते ये बड़ा अद्भुत कार्य सी। ये तो सारे जानते हैं कि गुरु ग्रंथ साहिब जी सिखां दे वर्तमान गुरु हैं और वर्तमान ही नहीं जुगो जुग अटल हैं, हमेशा वास्ते गुरु हैं। सिखां दा कोई शख्सी गुरु नहीं होएगा इस तो बाद, कोई 11वां 12वां 13वां 14वां भावें कोई मत मतांतर कोई एक अदा जड़ा अपने आप नूं जड़ा कोई मनदा होवे वो भावें इसनूं अपना 11वां 12वां 13वां गुरु मनदे होण, लेकिन गुरु ग्रंथ साहिब जी जुगो जुग अटल गुरु हैं और हमेशा ही साडे गुरु रहणगे। पंजवीं पातशाही श्री गुरु अर्जन देव जी ने इसनूं संपादन किया। पर सवाल ये उठता है कि गुरु अर्जन देव जी ने गुरु ग्रंथ साहिब जी की संपादना लई गुरु साहिबान अते भगतां दी बाणी इकत्तर किवें कीती। तो इस दे जो इतिहास दे विच कई चीज़ां जिहड़ियां सानू मिलदियां हन और उहदे च कुछ चीज़ां जिहड़ियां हन वो सानू जिहड़ियां पुरातन साखियां हन उन्हां विच सानू भुलेखे पाए जांदे हन कि उस नूं किसे बाबा मोहन जी दे कोल पोथियां रखवाइयां सन ते उन्हां तो जाकर गुरु अर्जन देव जी जड़ा बजा के कीर्तन करते हुए वो शब्द पढ़िया मोहन तेरे मंदिर आज करके ते उन्हां तो फिर पोथियां लै करके आए। लेकिन ये गल गलत है। जड़ी प्रपाटी गुरु नानक देव जी ने अपने समय के अंदर जड़ी शुरू की सी पुरातन जन्म साखी अनुसार जड़ी भी बाणी गुरु जी उचारते सन गुरु नानक पातशाह जी उसनूं लिखत रूप विच गुरु जी नूं अगले गुरु नूं सौंप दिता जाता सी। और यह वर्णन आउंदा पुरातन जन्म साखी विच कि तित महल जो शब्द हुआ सो पोथी गुरु अंगद जोग मिली। तो गुरु अंगद देव महाराज जी ने अपने 63 श्लोक उस खजाने दे विच जमा करके ऐड करके उसनूं गुरु अमरदास महाराज जी नूं सौंपया और गुरु अमरदास महाराज जी ने अपनी बाणी रच के उसनूं गुरु रामदास महाराज जी नूं सौंपया और गुरु रामदास नूं सौंपण तो बाद वो गुरु अर्जन देव जी पातशाह कोल आई तो फिर गुरु अर्जन देव महाराज जी ने इसनूं जिहड़ा है वो आद बीट का रूप दिता। तो इत्थे कोई गुंजाइश नहीं है कि असीं कहिए कि वो जिहड़ी है वो व्यक्ति जिहड़ी किसी व्यक्ति कोल वो पोथियां सन। तो ये सिस्टम गुरु नानक देव जी ने अपने समय अंदर ही गुरगद्दी देण दे के उस नियम दे विच जिहड़ा है इसनूं शामिल कीता सी। तो ये भी जदों अगों गुरु महाराज जी ने गुरु अंगद देव महाराज ने गुरु अमरदास जी नूं दिता ते ये बाणी अगों नाल जिहड़ी आ अगे चलदी रही। तो इस तरह जेकर असी प्रोफैसर साहब सिंह जी जो सिख जगत के महान विद्वान गुरु ग्रंथ साहिब जी के महान व्याख्याकार टीकाकार दार्शनिक ते ਸਾਹਿਤਕਾਰ मने जाते हैं ਅਤੇ जिन्हां ने गुरबाणी व्याकरण की रचना भी की है उन्हां दियां आद बीड़ बारे ते गुरु नानक बाणी नामी पुस्तकां दा अध्ययन करिए तां इह सिद्ध हुंदा है कि गुरु नानक जी अपनी बाणी आप लिख लैंदे सन और श्रद्धालु ते साथी भी नालों नाल लिखते रहते सन। उदों तो ही उन्होंने दी बाणी का एकत्रीकरण अते प्रचार होना शुरू हो गया सी। इसनूं प्रमाणित करन लई उन्होंने पुरातन जन्म साखी विचों कुछ साखियां जिवें खेती वनज सैदपुर दी बंद सौदागरी दीयां कुछ उदाहरणां भी जड़ियां वो दित्तियां। उपरोक्त सारियां उदाहरणां ते तत्थां तो ये भली भांत जिहड़ा है वो स्पष्ट हो जाता है कि गुरु नानक जी की बाणी उन्होंने जीवन काल दौरान ही पोथी की शक्ल विच एकत्र होनी शुरू हो गई सी। अपने ज्योतिजोत समान तो पहला ही उन्होंने पोथी लैणा जी नूं जो मगरों गुरु अंगद देव जी बने नूं सौंप दी। तो गुरु नानक की बाणी गुरु अंगद देव जी कोल होण दा एक प्रतੱਖ प्रमाण यह भी है कि जदों असी गुरु अंगद देव जी की बाणी नूं पढ़दे हां तां उस उपर नानक बाणी का प्रभाव स्पष्ट दिखाई दिंदा है। उदाहरण के तौर पर गुरु नानक जप जी लिखते हैं भुखिया भुखना उत्ते जे बन्ना पुरिया भार गुरु ग्रंथ साहिब अंक 1। हुण इसे दी तुलना विच गुरु अंगद देव जी की बाणी विचारो भुखिया भुखना उतरे गली भुख न जाए नानक भुखा तां रजै जा गुण कह गुणी समाए गुरु ग्रंथ साहिब जी अंक 147। तो ये एक प्रमाण तो ही साढ़े सामने पता लग जाता है कि हर गुरु साहबान दे कोल पिछले गुरु साहबान की बाणी और भगतां की बाणी जिहड़ी सी वो नालों नाल ही तुरी आउंदी सीगी। तो
ਗੁਰੂ ਸਾਹਿਬਾਂ ਦੀਆਂ ਜਿਹੜੀਆਂ ਟਿੱਪਣੀਆਂ ਹਨ, ਪੰਜਵੇਂ ਪਾਤਸ਼ਾਹ ਦੀਆਂ, ਤੀਸਰੇ ਪਾਤਸ਼ਾਹ ਦੀਆਂ, ਚੌਥੇ ਪਾਤਸ਼ਾਹ ਦੀਆਂ, ਜਿਹੜੀਆਂ ਮਿਲਦੀਆਂ ਹਨ ਉਹਨਾਂ ਦੀ ਭਗਤ ਬਾਣੀ ਦੇ ਵਿੱਚ ਸਰੋਕਾਂ ਦੇ ਵਿੱਚ ਮਿਲਦੀਆਂ ਹਨ। ਤੋਂ ਇੱਥੋਂ ਤੱਕ ਵੀ ਲਿਖਿਆ ਹੁੰਦਾ ਕਿ ਨਾਰ ਲਾਏ ਲਿਖਿਆ ਮਹਲਾ ਪੰਜਵਾਂ, ਜਿੱਥੇ ਮਹਲਾ ਦੂਜਾ ਲਿਖਿਆ ਹੁੰਦਾ ਹੈ। ਆਸਾ ਕੀ ਵਾਰ ਦੇ ਅੰਦਰ ਵੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਆਸਾ ਕੀ ਵਾਰ ਹੈ, ਉਹਦੇ ਵਿੱਚ ਵੀ ਮਹਲਾ 2 ਦੇ ਸ਼ਲੋਕ ਦੱਸਦੇ ਹਨ ਕਿ ਉਹ ਆਸਾ ਕੀ ਵਾਰ ਦੀ ਜਿਹੜੀਆਂ ਪੌੜੀਆਂ ਸਨ ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਅਵੇਲੇਬਲ ਸਨ। ਉਹ ਜਦੋਂ ਇਸ ਨੂੰ ਅੱਗੋਂ ਆਪਣੇ ਸ਼ਲੋਕ ਜਿਹੜੇ ਹਨ ਉਹ ਪੰਜਵੇਂ ਪਾਤਸ਼ਾਹ ਨੇ ਇਹਦੇ ਵਿੱਚ ਐਡ ਕੀਤੇ ਤੇ ਉਹ ਫਿਰ ਅੱਗੋਂ ਜਿਹੜੇ ਤੁਰਦੇ ਗਏ। ਭਾਵ ਵਿਚਾਰਧਾਰਾ ਜੋ ਗੁਰੂ ਨਾਨਕ ਦੇਵ ਮਹਾਰਾਜ ਦੀ ਸੀਗੀ, ਜਿਵੇਂ ਭੁੱਖਿਆ ਭੁੱਖਣਾ ਉਤਰੀ ਵਾਲੀ ਪੌੜੀ ਆ, तो उसनों देख करके ही गुरु अर्जन देव महाराज ने अपना श्लोक उचारिया, भुख्या भुख न उतरै, गली भुख न जाए, नानक भुखा तार जाए, जा गुण कह गुणी समा। तो इस तरह ਦੀਆਂ जो विचार हैं गुरु ग्रंथ साहब अजिहियां होर कई उदाहरण पेश कीतियां जा सकदियां ਹਨ, जिन्हां ਦੇ आधार ਤੇ ਅਸੀਂ ਨਿਸ਼ਚਿਤ ਰੂਪ ਚ ਕਹਿ ਸਕਦੇ ਹਾਂ ਕਿ ਗੁਰੂ ਅੰਗਦ ਦੇਵ ਜੀ ਕੋਲ ਬਾਣੀ ਦੀ ਪੋਥੀ ਅਵੇਲੇਬਲ ਸੀ। ਇਸ ਤਰ੍ਹਾਂ ਇਹ ਪੋਥੀ ਜਿਸ ਵਿੱਚ ਗੁਰੂ ਨਾਨਕ ਦੇਵ ਅਤੇ ਗੁਰੂ ਅੰਗਦ ਦੇਵ ਜੀ ਦੀ ਬਾਣੀ ਦੇ ਨਾਲ-ਨਾਲ ਹੋਰਨਾਂ ਸੰਤਾਂ ਭਗਤਾਂ ਅਤੇ ਸੂਫੀ ਫਕੀਰਾਂ ਦੀ ਬਾਣੀ ਵੀ ਇਕੱਤਰ ਹੋ ਗਈ ਸੀ। ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਗਈ, ਜਿਸ ਵੇਲੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਤੇ ਬਿਠਾਇਆ। ਇਸ ਤੋਂ ਬਾਅਦ ਕ੍ਰਮਵਾਰ ਇਹ ਪੋਥੀ ਗੁਰਗੱਦੀ ਸਾਹਿਤ ਗੁਰੂ ਅਮਰਦਾਸ ਜੀ ਤੋਂ ਗੁਰੂ ਰਾਮਦਾਸ ਜੀ ਕੋਲ ਆਈ ਤੇ ਅਖੀਰ 'ਚ ਜਦੋਂ ਇਹ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋਈ ਤਾਂ ਇਸ ਵਿੱਚ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦੀ ਬਾਣੀ ਦਰਜ ਹੋ ਚੁੱਕੀ ਸੀ। ਹੁਣ ਇਸ ਪੋਥੀ ਵਿੱਚ ਗੁਰੂ ਅਰਜਨ ਦੇਵ ਜੀ ਵੱਲੋਂ ਆਪਣੇ ਜੋ ਜੀਵਨ ਕਾਲ ਦੌਰਾਨ 30 ਰਾਗਾਂ 'ਚ ਰਚੀ ਬਾਣੀ ਵੀ ਸ਼ਾਮਲ ਹੋ ਗਈ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਤੁਲਨਾਤਮਕ ਅਧਿਐਨ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉੱਤਰਾਧਿਕਾਰੀ ਗੁਰੂ ਸਾਹਿਬਾਨ ਦੀ ਬਾਣੀ ਦਾ ਆਧਾਰ ਉਹਨਾਂ ਦੇ ਪੂਰਵਜ ਗੁਰੂ ਸਾਹਿਬਾਨ ਦੀ ਬਾਣੀ ਹੀ ਸੀ। ਕਈ ਥਾਵਾਂ ਉੱਪਰ ਤਾਂ ਗੁਰੂ ਸਾਹਿਬਾਨ ਦੀ ਬਾਣੀ ਉੱਪਰ ਭਗਤਾਂ ਅਤੇ ਸੂਫੀ ਸੰਤਾਂ ਦੀ ਬਾਣੀ ਦਾ ਜਿਹੜਾ ਹੈ ਅਸਰ ਵੀ ਦੇਖਣ ਨੂੰ ਮਿਲਦਾ ਹੈ। ਉਦਾਹਰਨ ਵਜੋਂ ਬਾਬਾ ਫਰੀਦ ਜੀ, ਜਿਨ੍ਹਾਂ ਜੀਵਨ ਕਾਲ ਗੁਰੂ ਨਾਨਕ ਦੇਵ ਸਾਹਿਬ ਤੋਂ ਪਹਿਲਾਂ ਹੋਇਆ, 1177 ਤੋਂ 1266 ਦਾ ਜਿਹੜਾ ਉਹਨਾਂ ਦਾ ਸਮਾਂ ਹੈ ਬਾਬਾ ਫਰੀਦ ਜੀ ਦਾ, ਉਹਨਾਂ ਦੀ ਬਾਣੀ ਇਸ ਪ੍ਰਕਾਰ ਹੈ। ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨ, ਪੈਰੀ ਤੱਕਾਂ ਸਿਰ ਜੁਲਾਂ ਜੇ ਮੂੰਹ ਪੀਰੀ ਮਿਲਨ। ਗੁਰੂ ਗ੍ਰੰਥ ਸਾਹਿਬ ਜੀ ਅੰਕ 1384। ਜੇਕਰ ਇਸ ਦੀ ਤੁਲਨਾ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵੇਖੀਏ ਤਾਂ ਇਉਂ ਜਾਪਦਾ ਹੈ ਕਿ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਬਾਬਾ ਫਰੀਦ ਜੀ ਦੇ ਵਿਚਾਰਾਂ ਨੂੰ, ਉਹਨਾਂ ਦਾ ਕੀਤੇ ਹੋਏ ਸਵਾਲ ਨੂੰ ਅੱਗੇ ਤੋਰ ਰਹੇ ਹੋਣ, ਉਹਦਾ ਜਵਾਬ ਦੇ ਰਹੇ ਹੋਣ। ਔਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਹੈ, ਤਨ ਨਾ ਤਪਾਏ ਤਨੂਰ ਜੋ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਾ ਫੇੜਿਆ ਅੰਦਰ ਪਿਰੀ ਨਿਹਾਲ। तो गुरु ग्रंथ साहब अंक 1384। तो अजिही समानता गुरु नानक पातशाह ਅਤੇ ਭਗਤ ਕਬੀਰ ਜੀ ਦੀ ਬਾਣੀ 'ਚ ਵੀ ਵੇਖੀ ਜਾ ਸਕਦੀ ਹੈ। ਉਦਾਹਰਨ ਵਜੋਂ ਕਬੀਰ ਸਾਹਿਬ ਦਾ ਇਹ ਸ਼ਬਦ ਵੇਖੋ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਪਾਠੀ ਪਵਨ ਪ੍ਰੇਮ ਕਾ ਪੋਚਾ, ਇਤਰਸ ਅਮਿਓ ਚੁਆਈਐ। ਗੁਰੂ ਗ੍ਰੰਥ ਸਾਹਿਬ ਜੀ ਅੰਕ 360। ਅਜਿਹੀ ਸਮਾਨਤਾ ਭਗਤ ਨਾਮਦੇਵ ਜੀ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਚ ਵੀ ਦੇਖੀ ਜਾ ਸਕਦੀ ਹੈ। ਭਗਤ ਨਾਮਦੇਵ ਜੀ ਕਹਿੰਦੇ ਹਨ, ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾਂ, ਨਾਜ ਸਮਾਇਲੋ ਰੇ ਸਤਿਗੁਰ ਭੇਟ ਲੈ ਦੇਵਾ। ਗੁਰੂ ਗ੍ਰੰਥ ਸਾਹਿਬ ਜੀ ਅੰਕ 656। ਹੁਣ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਦੇਖੋ, ਜਾਂ ਤਿਸ ਭਾਵਾਂ ਤਦ ਹੀ ਗਾਵਾਂ, ਤਾਂ ਗਾਵੇ ਕਾ ਫਲ ਪਾਵਾਂ। ਗਾਵੇ ਕਾ ਫਲ ਹੋਈ ਜਾਂ ਆਪੇ ਦੇਵੈ ਸੋਈ। ਗੁਰੂ ਗ੍ਰੰਥ ਸਾਹਿਬ ਜੀ ਅੰਕ 599। ਇਹ ਸਮਾਨਤਾ ਭਗਤ ਬਾਣੀ ਬੇਣੀ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਚ ਵੀ ਮਿਲਦੀ ਹੈ। ਪਹਿਲਾ ਭਗਤ ਬੇਣੀ ਜੀ ਦੇ ਵਿਚਾਰ ਦੇਖੋ, ਈੜਾ ਪਿੰਗਲਾ ਔਰ ਸੁਖਮਣਾ, ਤੀਨ ਬਸੈ ਇਕ ਠਾਈ, ਬੇਣੀ ਸੰਗਮ ਤੈ ਪਿਰਾਗ ਮਨ, ਮਜਨ ਕਰੇ ਤਿਥਾਈ। ਗੁਰੂ ਗ੍ਰੰਥ ਸਾਹਿਬ ਜੀ ਅੰਕ 974। ਇਸ ਦੀ ਤੁਲਨਾ 'ਚ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵੇਖੀ ਜਾ ਸਕਦੀ ਹੈ। ਸੁਖਮਨਾ ਈੜਾ ਪਿੰਗਲਾ ਬੂਝੈ, ਜਾਂ ਆਪੇ ਅਲਖ ਲਖਾਏ, ਨਾਨਕ ਤੈ ਤੇ ਉੱਪਰ ਸਾਚਾ, ਸਤਿਗੁਰ ਸ਼ਬਦ ਸਮਾਏ। ਗੁਰੂ ਗ੍ਰੰਥ ਸਾਹਿਬ ਜੀ ਅੰਕ 944। ਇਹਨਾਂ ਸਾਰੇ ਭਗਤਾਂ, ਫਕੀਰਾਂ ਅਤੇ ਗੁਰੂ ਨਾਨਕ ਜੀ ਦੀ ਬਾਣੀ ਦੀ ਤੁਲਨਾ ਕਰੀਏ ਤਾਂ ਉਸ ਵਿੱਚ ਵਿਸ਼ਾ, ਵਿਚਾਰ ਜਾਂ ਸ਼ਬਦਾਂ ਦੀ ਪੱਧਰ ਤੇ
ਗੰਭੀਰ ਸਮਾਨਤਾ ਦਾ ਪਤਾ ਚੱਲਦਾ ਹੈ। ਇੰਨਾ ਹੀ ਨਹੀਂ, ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੇ ਆਪ ਇਹਨਾਂ ਸੰਤਾਂ ਤੇ ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ। ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਹ ਅਨੁਭਵ ਕੀਤਾ ਕਿ ਭਗਤਾਂ ਦੇ ਵਿਚਾਰਾਂ ਨੂੰ ਹੋਰ ਸਪਸ਼ਟਤਾ ਦੀ ਲੋੜ ਹੈ, ਉੱਥੇ ਜਾਂ ਫਿਰ ਦ੍ਰਿਸ਼ਟੀਕੋਣ ਦੀ ਕੋਈ ਅਸਮਾਨਤਾ ਨਜ਼ਰ ਆਈ, ਉੱਥੇ ਉਹਨਾਂ ਨੇ ਆਪਣੀ ਬਰਨੀ ਵਿੱਚ ਦਰਜ ਕਰਕੇ ਇਸ ਨੂੰ ਹੋਰ ਸਪਸ਼ਟ ਕਰ ਦਿੱਤਾ। ਇਸੇ ਗੱਲ ਨੂੰ ਹੀ ਅੱਗੋਂ ਜਿਹੜੇ ਗੁਰੂ ਹਨ, ਗੁਰੂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ, ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਇਸੇ ਵਿਚਾਰ ਨੂੰ ਅੱਗੇ ਵੀ ਜਾਰੀ ਕੀਤਾ। तो इन्हें सारा तत्थां का गहन अध्ययन तो ये स्पष्ट हो जाता है कि पहली पातशाही ने सिर्फ अपनी बाणी लिख के ही नहीं संभाली, बल्कि भविख की जरूरत अनुसार अपने पहले हुए सूफी संतां भगतां ਅਤੇ महापुरुषों की बाणी भी एकत्र कर ली सी और एक साझा टेस्टामेंट बना लिया, एक साझा ग्रंथ बना लिया। इन्हां महापुरुषों चों प्रमुख हैं बाबा फरीद जी, भगत कबीर जी, जयदेव जी और बैणी जी, रामानंद जी ते नामदेव जी आदि। इस तरह हौली हौली वो सारी बाणी गुरु अर्जन देव जी ने अपने वखरे वखरे स्रोतां ते साधना राही जिवें उन्हां कोल गुरु रामदास महाराज को प्राप्त हुई। इत्थे जिहड़ा क्योंकि इतिहासकार जिहड़े हन वो थोड़ा जिहा इस पक्षों जिवें उपर गल कीती है वो थोड़ा जिहा इस विच मतभेद रखते हैं, लेकिन असी उस विचारधारा नूं उपर ही खत्म करके आए हाँ कि ये पोथियां किते भी बाबा मोहन जी कोल नहीं सन और ये गुरगद्दी दे वेले ही जिहड़ियां आ करके सानूं जिहड़ियां वो मिलियां हन। तो गुरु ग्रंथ साहब जी का संपादना का मूल कारण भावें कुछ भी होवे, लेकिन कच्ची बाणी दे रलेवे का अंदेशा पर यह सब विश्व और मनुखी मानव जाति के भले लिए होया है। यह अजिहा सर्व धर्म ग्रंथ धर्म निरपक्ष तैयार होया जिस दी उदाहरण समुचे विश्व चों लभनी असंभव है। इस विच सारे धर्मां ते संतां ते फकीरां दी बाणी नूं बराबर स्थान और सम्मान प्रदान किया गया। जदों भी बाणी का जिक्र होंदा है भगतां दी बाणी का, तो बकायदा भगतां दे नां दे नाल बाणी भगत कबीर जीओ की, बाणी भगत रविदास जी की, तो इस तरह करके उन्होंने पूरा सत्कार जिहड़ा है दिता है, सन्मान दिता है। गुरु ग्रंथ साहब विच जात पात, मूर्ति पूजा ते अंध विश्वास का खंडन किया गया और वो जाति के विकास अते गौरव की गल ते जोर दिता गया। व्यक्ति नूं एक चंगा ते नेक इंसान बनने की प्रेरणा दी गई। इस विच सब तो पुरानी रचना बाबा फरीद जी की है। उन्होंने जीवन काल जिवें उपर बेनती की है कि 1173 तो 1266 ईस्वी का है। इस काल की सब तो नवीन रचना 9वीं पातशाही गुरु तेग बहादुर जी की है, जिन्हों का जीवन काल 1621 तो 1675 ईस्वी तक सी। जिन्हां दी बाणी गुरु गोबिंद सिंह महाराज जी ने 1706 च गुरु ग्रंथ साहब जी दर्ज कराई। सो ये 12वीं सदी तो 17वीं सदी तक दे भारत के प्रसिद्ध महापुरुषों की पवित्र बाणी का एक संगम है, एक पावन ग्रंथ है। गुरु अर्जन देव जी ने अपनी अते होरना स्रोतां अते साधना राही ये जो बाणी साडे कोल जिहड़ी पहुंचाई है, सारे गुरसिखां दा नाल जिहड़ा है वो जिहड़े नाल लिया उन्होंने। हुण कई ये भी नाल लिखते हैं कि पुरातन जन्म साखी अनुसार कि 4 लिखारी नियुक्त किए गए सन। गुरु अर्जन देव जी ने आप नियुक्त किए। इन्हां दे नाम सन संत दास जी, सुखा, हरिया ते मनसारा। गुरु साहब के आदेश अनुसार ये चारे लिखारी सारी बाणी नूं एक थां लिखते रहे। एकत्र की गई सारी बाणी च गुरु साहबान भगतां, सूफी संतां अते फकीरां दी बाणी भी शामिल की गई। इस उपरंत गुरु साहब ने आप सारी बाणी हथ लिखित बाणी का पुनर्जायजे का काम शुरू किया। इस कारज हित इस गल का खास ध्यान रखा गया कि संतां ते भगतां दी बाणी च गुरु साहबान की बाणी नाल सिद्धांतक मतभेद ना होवे। इस तरह करदिआं जिथे उन्होंने जरूरी जापिया, उन्होंने भगतां ते संतां दी बाणी के स्पष्टीकरण लई किसी गुरु साहबान की बाणी नूं सह बाणी के तौर के उपर जोड़ दिता, जिवें महला दूजा, महला तीजा, महला पंजवां करके। सो वख-वख जाति धर्म फिरके ते सूबे दे
ਭਗਤਾਂ, ਸੰਤਾਂ, ਫਕੀਰਾਂ ਤੇ ਭੱਟਾਂ ਦੀ ਬਾਣੀ ਸ਼ਾਮਲ ਕਰਕੇ ਗੁਰੂ ਸਾਹਿਬ ਨੇ ਧਰਮ ਨਿਰਪੱਖਤਾ, ਸਰਵ ਧਰਮ ਸਮਾਨ ਅਤੇ ਆਪਣੇ ਉਦਾਰਚਿਤ ਆਚਰਨ ਦਾ ਜਿਹੜਾ ਹੈ ਉਹ ਇੱਥੇ ਸਬੂਤ ਦਿੱਤਾ ਹੈ। ਤੋ ਅਤੇ ਅਸੀਂ ਇਹ ਵੀ ਗੱਲ ਦੇਖਦੇ ਹਾਂ ਕਿ ਗੁਰੂ ਸਾਹਿਬਾਨ ਨੇ ਇੰਨੀ ਮਿਹਨਤ ਜਿਹੜੀ ਕੀਤੀ ਹੈ, ਸੋ ਇਸ ਮਿਹਨਤ ਇਸ ਕਰਕੇ ਸੀਗੀ ਕਿ ਦੁਨੀਆ ਰਹਿੰਦੀ ਦੁਨੀਆ ਤੱਕ ਇਹ ਜਿਹੜੇ ਵਿਚਾਰ ਹਨ ਉਹ ਅੱਗੇ ਜਿਹੜੇ ਹਨ ਉਹ ਚੱਲਦੇ ਰਹਿਣ। ਤੋ ਇਸ ਤਰ੍ਹਾਂ ਨਾਲ ਵੱਖ-ਵੱਖ ਜਾਤੀ, ਧਰਮ ਅਤੇ ਫਿਰਕੇ ਦੇ ਸੰਤਾਂ ਭਗਤਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਾਂਗ ਪੂਜਨਯੋਗ ਹੋ ਗਈ। ਜਿੱਥੇ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕਦੇ ਹਾਂ, ਅਸੀਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਮੱਥਾ ਟੇਕਦੇ ਹਾਂ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਸਾਰੇ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਹਾਂ, ਉੱਥੇ ਭਗਤਾਂ, ਫਕੀਰਾਂ ਨੂੰ, ਫਰੀਦਾਂ ਨੂੰ, ਜਿਹੜੇ ਹਨ ਸੂਫੀ ਹਨ, ਮੁਸਲਮਾਨ ਹਨ, ਭਾਵੇਂ ਉਹ ਹਿੰਦੂ ਹਨ, ਭਾਵੇਂ ਉਹ ਨੀਵੀਂ ਜਾਤ ਦੇ ਹਨ, ਭਾਵੇਂ ਉਹ ਜੁਲਾਏ ਹਨ, ਭਾਵੇਂ ਛਿੰਬੇ ਹਨ, ਭਾਵੇਂ ਕਸਾਈ ਹਨ, ਸਦਨਾ ਕਸਾਈ ਹਨ, ਧੰਨਾ ਜੱਟ ਹਨ, ਰਾਮਾਨੰਦ ਜੀ ਬ੍ਰਾਹਮਣ ਹਨ, ਤੇ ਇਹ ਸਾਰਿਆਂ ਨੂੰ ਹੀ ਭਾਵੇਂ ਕਿਸੇ ਵੀ ਵੰਸ਼ ਦੇ ਨਾਲ ਸਨ, ਉਹਨਾਂ ਸਾਰਿਆਂ ਨੂੰ ਅਸੀਂ ਆਦਰ ਸਤਿਕਾਰ ਨਾਲ ਹੀ ਮੱਥਾ ਟੇਕਦੇ ਹਾਂ ਔਰ ਇਹ ਸਾਰੇ ਸਾਂਝੀ ਬਾਣੀ ਨੂੰ ਹੀ ਅਸੀਂ ਗੁਰੂ ਕਹਿੰਦੇ ਹਾਂ। ਤੋ ਇਹਨਾਂ ਭਗਤਾਂ ਦੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ। ਇਹਨਾਂ ਭਗਤਾਂ ਤੇ ਸੰਤਾਂ ਫਕੀਰਾਂ ਦੀ ਬਾਣੀ ਦਾ ਕੀਰਤਨ ਵੀ ਗੁਰਬਾਣੀ ਵਾਂਗ ਹੀ ਉਸੇ ਤਰ੍ਹਾਂ ਹੀ ਸਨਮਾਨ ਨਾਲ ਕੀਤਾ ਜਾਂਦਾ ਹੈ। ਜਦੋਂ ਹੁਕਮ ਲਿਆ ਜਾਂਦਾ ਹੈ ਦਰਬਾਰ ਸਾਹਿਬ ਤੋਂ, ਉਦੋਂ ਵੀ ਔਰ ਦੁਨੀਆ ਭਰ ਦੇ ਕਿਸੇ ਵੀ ਗੁਰੂ ਗ੍ਰੰਥ ਸਾਹਿਬ ਦੀ ਭੀੜ ਤੋਂ ਕਿਸੇ ਵੀ ਗੁਰਦੁਆਰੇ ਵਿੱਚ ਹੁਕਮ ਲਿਆ ਜਾਏਗਾ ਤੇ ਕਦੀ ਵੀ ਇਹ ਭੇਦਭਾਵ ਨਹੀਂ ਰੱਖਿਆ ਜਾਂਦਾ ਕਿ ਇਹ ਹੁਣ ਭਗਤਾਂ ਦੀ ਬਾਣੀ ਆ ਗਈ ਤੇ ਇਹ ਤੋਂ ਹੁਕਮਨਾਮਾ ਨਾ ਲਈਏ ਤੇ ਗੁਰੂ ਸਾਹਿਬ ਦੀ ਬਾਣੀ ਲਈਏ। ਐਸਾ ਬਿਲਕੁਲ ਹੀ ਕਦੀ ਵੀ ਨਾ ਹੋਇਆ ਤੇ ਨਾ ਹੋਏਗਾ। ਸੋ ਇਸ ਗ੍ਰੰਥ ਵਿੱਚ ਕਿਸੇ ਵੀ ਗੁਰੂ ਸਾਹਿਬਾਨ ਨੇ ਇਹ ਕਿਧਰੇ ਵੀ ਨਹੀਂ ਕਿਹਾ ਕਿ ਸਾਰੀ ਦੁਨੀਆ ਸਿੱਖ ਮਤ ਧਾਰਨ ਕਰ ਲਵੇ। ਸਿਰਫ ਇੱਕ ਬ੍ਰਾਹਮਣ ਨੂੰ ਤੇ ਚੰਗਾ ਤੇ ਸੱਚਾ ਬ੍ਰਾਹਮਣ, ਇੱਕ ਮੁਸਲਮਾਨ ਨੂੰ ਸੱਚਾ ਮੁਸਲਮਾਨ ਅਤੇ ਮਨੁੱਖ ਨੂੰ ਚੰਗਾ ਮਨੁੱਖ ਬਣਨ ਦੀ ਪ੍ਰੇਰਣਾ ਜਿਹੜੀ ਹੈ ਉਹ ਦਿੱਤੀ ਗਈ ਹੈ। तो गुरु ग्रंथ साहब ਵਿੱਚ ਸ਼ਾਮਲ ਸਮੁੱਚੀ ਬਾਣੀ 3 ਭਾਗਾਂ ਵਿੱਚ ਵੰਡੀ ਗਈ ਹੈ। ਪਹਿਲੇ ਭਾਗ ਵਿੱਚ 3 ਬਾਣੀਆਂ ਹਨ ਜਿਨ੍ਹਾਂ ਨਾਲ ਕੋਈ ਰਾਗ ਨਹੀਂ ਹੈ। ਉਹ ਹਨ ਜਪ, ਸੋਦਰ ਅਤੇ ਸੋਹਿਲਾ। ਇਹਨਾਂ ਨੂੰ ਨਿਤਨੇਮ ਦੀ ਬਾਣੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਿ ਜਦੋਂ ਸਿੱਖ ਰਿਆਤ ਮਰਾਦਾ ਨਹੀਂ ਸੀ ਬਣੀ ਤਾਂ ਇਹਦਾ ਹੀ ਪਾਠ ਜਿਹੜਾ ਹੈ ਉਹ ਕੀਤਾ ਜਾਂਦਾ ਸੀਗਾ। ਔਰ ਇਹ ਵੀ ਕਿਹਾ ਜਾਂਦਾ ਹੈ, ਲਿਖਤਾਂ ਮਿਲਦੀਆਂ ਹਨ ਕਿ ਸੋਦਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ। तो दूजे भाग च बाणी रागां ते आधारित ते दर्ज है। इन्हां रागां दी गिनती 31 है। ये राग इस प्रकार हैं। सब तो पहला श्री राग, फिर मांझ, गौड़ी, आसा, गुजरी, देवगंधारी, बिहागड़ा, बड़हंस, सोरठ, धनासरी, जैसरी, टोडी, बैराड़ी, तिलंग, सूही, बिलावर, गौंड, रामकली, नट नारायण, माली गौड़ा, मारू, तुखारी, मल्हार, सारंग, कानड़ा, बसंत, केदारा, पैरों, कल्याण, प्रभाती ਅਤੇ ਜਾਇਆਵੰਤੀ। ਇਹ ਰਾਗ ਹਨ 31 ਰਾਗ ਜਿਹੜੇ ਕਿ ਇਹਦੇ ਚ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਆਉਂਦੇ ਹਨ। तो ਤੀਜੇ ਭਾਗ ਚ ਰਾਗ ਮੁਕਤ ਬਾਣੀ ਨੂੰ ਸਥਾਨ ਜਿਹੜਾ ਹੈ ਦਿੱਤਾ ਹੈ। ਇਸ ਦਾ ਕ੍ਰਮ ਇਸ ਪ੍ਰਕਾਰ ਹੈ। ਸ਼ਲੋਕ ਸੰਸਕ੍ਰਿਤੀ ਮਹਲਾ ਪਹਿਲਾ, ਸ਼ਲੋਕ ਸੰਸਕ੍ਰਿਤੀ ਮਹਲਾ ਚੌਥਾ, ਗਾਥਾ ਮਹਲਾ ਪੰਜਵਾਂ, ਸੁਣੇ ਮਹਲਾ ਪੰਜਵਾਂ, ਚੌਬੋਲੇ ਮਹਲਾ ਪੰਜਵਾਂ, ਸ਼ਲੋਕ ਭਗਤ ਕਬੀਰ ਜੀ, ਸ਼ਲੋਕ ਭਗਤ ਸ਼ੇਖ ਫਰੀਦ ਜੀ, ਸਵਈਏ ਮੁਖਵਾਕ, ਸ਼ਲੋਕ ਵਾਰਾਂ ਦੇ ਵਧੀਕ, ਸ਼ਲੋਕ ਮਹਲਾ ਪਹਿਲਾ, ਮੁੰਦਾਵਣੀ ਮਹਲਾ ਪੰਜਵਾਂ, ਸ਼ਲੋਕ ਮਹਲਾ ਪੰਜਵਾਂ। ਰਾਗਮਾਲਾ ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਤਾਂ ਤਨ ਮਨ ਤੇਵੇ ਹਰਿਆ ਨਾਲ ਇਸ ਗ੍ਰੰਥ ਦੀ ਸਮਾਪਤੀ ਕਰ ਦਿੱਤੀ ਸੀ ਔਰ ਸਿੱਖ ਮਿਸ਼ਨਰੀ ਕਾਲਜ ਵੀ ਇਸੇ ਵਿਚਾਰ ਨਾਲ ਹੀ ਜਿਹੜਾ ਹੈ ਉਹ ਸਹਿਮਤ ਹੈ। ਰਾਗਮਾਲਾ ਮਗਰੋਂ ਕਿਸੇ ਨੇ ਸ਼ਾਮਲ ਕੀਤੀ ਹੈ, ਇਸ ਬਾਰੇ ਖੋਜ ਜਿਹੜੀ ਹੈ ਉਹ ਹੋ ਰਹੀ ਹੈ। ਭਾਈ ਕਾਹਨ ਸਿੰਘ ਜੀ ਨਾਭਾ ਕ੍ਰਿਤ ਖੋਜ ਭਰਪੂਰ ਪੁਸਤਕ ਗੁਰਮਤਿ ਸੁਧਾਕਰ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਰਾਗਮਾਲਾ ਗੁਰਬਾਣੀ ਨਹੀਂ, ਇਹ ਆਲਮ ਕਵੀ ਨੇ ਬਾਦਸ਼ਾਹ ਅਕਬਰ ਦੇ ਵੇਲੇ 991 ਹਿਜਰੀ ਬਿਕਰਮੀ 1661 ਫਿਰ 1641 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਭਜਨ ਤੋਂ 20 ਵਰੇ ਪਹਿਲਾਂ ਬਣਾਈ ਹੈ। ਜਿਹਾ ਕਿ ਆਲਮ ਦੇ ਸੰਗੀਤ ਤੋਂ ਮਾਲੂਮ ਹੁੰਦਾ ਹੈ। ਗੁਰਬਾਣੀ ਨਾ ਹੋਣ ਤੋਂ ਭਿੰਨ ਰਾਗਮਾਲਾ ਗੁਰਮਤਿ ਵਿਰੁੱਧ ਹੈ, ਕਿਉਂਕਿ ਇਸ ਵਿੱਚ ਕਰਤਾਰ ਦਾ ਨਾਮ, ਭਗਤੀ ਗਿਆਨ ਆਦਿ ਦਾ ਜ਼ਿਕਰ ਨਹੀਂ ਹੈ ਔਰ ਨਾ ਹੀ ਨਾਨਕ ਨਾਮ ਦੀ ਮੋਹਰ ਛਾਪ ਹੈ ਜਿਸ ਤੋਂ ਇਹ ਸਿੱਧ ਹੋਵੇ ਕਿ ਗੁਰਬਾਣੀ ਹੈ। ਇਹ ਕਲਵੀ ਆਲਮ ਦੀ ਮਾਧਵਾ ਨਾਲ ਕਾਮ ਕੰਦਲਾ ਦੀ ਨਾਮੀ ਰਚਨਾ ਦਾ ਇੱਕ ਹਿੱਸਾ ਹੈ।
ਬੜੌਦਾ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਮਜੁਮਦਾਰ ਦੀ ਥੀਸਿਸ ਵਿੱਚ ਵੀ ਇਹ ਸਚਾਈ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਮਾਧਵਾ ਨਾਲ ਕਾਮ ਕੰਦਰਾ ਨਾਮੀ ਰਚਨਾ ਅਕਬਰ ਦੇ ਸਮਕਾਲੀ ਕਵੀ ਆਲਮ ਦੀ ਕ੍ਰਿਤ ਹੈ, ਜੋ 1584 ਈਸਵੀ ਵਿੱਚ ਲਿਖੀ ਗਈ ਤੇ ਅਕਬਰ ਦੇ ਦਰਬਾਰ ਚੋਂ ਸਨਮਾਨ ਪ੍ਰਾਪਤ ਕਰਕੇ ਜਗਤ ਪ੍ਰਸਿੱਧ ਹੋਈ। ਗੁਰੂ ਗ੍ਰੰਥ ਸਾਹਿਬ ਵਾਲੀ ਰਾਗਮਾਲਾ ਵੀ ਇਸੇ ਵਿੱਚੋਂ ਹੀ ਲਈ ਗਈ ਹੈ। तो राग अधीन जिन्नी भी बाणी सी उस नूं गुरु ग्रंथ साहब ने बड़ी कुशलता नाल क्रमबंद कीता। इन्हां च शब्द, अष्टपदियां, छंद, वारां, संतां ते भगतां दी बाणी है। सारी बाणी गुरु क्रम अनुसार ही लिखी गई है। गुरु अंगद देव जी ने शब्दां दी रचना नहीं की। गुरु अंगद देव महाराज जी ने शब्दां दी रचना नहीं की, लेकिन उन्होंने 63 ਜਿਹੜੇ ਹਨ ਉਹ ਸ਼ਲੋਕ ਉਚਾਰਨ ਕੀਤੇ ਹਨ, ਜਿਹੜੇ ਕਿ ਅਲੱਗ-ਅਲੱਗ ਵਾਰਾਂ ਦੇ ਨਾਲ ਜਿਹੜੇ ਹਨ ਉਹ ਲਿਖੇ ਹੋਏ ਹਨ, ਜੁੜੇ ਹੋਏ ਹਨ। ਸੋ ਪੂਰੇ ਗੁਰੂ ਗ੍ਰੰਥ ਸਾਹਿਬ 'ਚ 22 ਵਾਰਾਂ ਹਨ। 12 ਪੰਜਾਬ ਦੇ ਲੋਕ ਗੀਤਾਂ ਦਾ ਇੱਕ ਵਿਸ਼ੇਸ਼ ਰੂਪ ਹੈ। ਇਹਨਾਂ ਚੋਂ 21 ਗੁਰੂ ਸਾਹਿਬਾਨ ਦੀਆਂ ਅਤੇ ਇੱਕ ਭੱਟਾ ਯਾਨੀ ਸੱਤਾ ਤੇ ਬਲਵੰਡ ਦੀ ਹੈ। ਵਾਰਾਂ ਦਾ ਕ੍ਰਮ ਇਸ ਪ੍ਰਕਾਰ ਹੈ। ਗੁਰੂ ਨਾਨਕ ਦੇਵ ਜੀ ਦੀਆਂ 3 ਵਾਰਾਂ ਹਨ, ਰਾਗ ਮਾਝ, ਰਾਗ ਆਸਾ ਤੇ ਰਾਗ ਮਲਾਰ। ਗੁਰੂ ਅਮਰਦਾਸ ਜੀ ਦੀਆਂ 4 ਵਾਰਾਂ ਹਨ, राग गुजरी, सूही, रामकली ते राग मारू। गुरु रामदास जी दियां 8 वारां हन, राग गौड़ी, बिहागड़ा, वड़हंस, सोरठ, बिलावल, सारंग अते कानड़ा राग। गुरु अर्जन देव जी ने गौड़ी, गुजरी, जैसरी, रामकली, मारू अते बसंत नामी 6 रागां च वारां दी रचना कीती है। अखीर च सत्ते अते बलवंड जो कि गुरु अर्जन देव जी दे समय च जिहड़े हन रबाबी सन, उन्हां ने एक वार होर दर्ज है जो कि राग रामकली च है। कई वारां नाल उन्हां नूं गाउण दी धुनी भी जिहड़ी है वो निश्चित कर दित्ती है। तो अज इत्थे ही विचार समाप्त करते हैं। अगों जो वारां तो बाद भगतां दी जो बाणी दी है उस बारे असीं विचार करांगे। तो अज विचार करदे होइयां अनेकां भुलां दी आपस विच खिमा मंगदा होया गज के फतेह बुलाउंदा हां। वाहिगुरू जी का खालसा, वाहिगुरू जी की फतेह।